ਰੋਜ਼ਾਨਾ ਲੋਕ ਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਘਬਰਾਹਟ ਦੀ। ਕਾਂਗਰਸ ਦੇ ਵਰਕਰਾਂ, ਕਾਂਗਰਸ ਦੇ ਵਿਧਾਇਕਾਂ ਅਤੇ ਕਾਂਗਰਸ ਦੇ ਮੰਤਰੀਆਂ ਦੇ ਵਿੱਚ ਘਬਰਾਹਟ ਹੈ, ਬੇਚੈਨੀ ਹੈ। क्यों है बेचैनी, इस बारे गलबात करांगे नवजोत सिंह सिद्धू के बड़े खुलासियां दी। नवजोत सिंह सिद्धू ने पत्ते खोलते हुए कल बड़े खुलासे कीते ने अपनी वर्चुअल प्रैस कॉन्फ्रेंस विच, जिस दे विच उन्होंने टिकटां दी वंड दी गल कीती है ते नाल ही नाल उन्होंने गल कीती है मैनीफेस्टो दी कि इस बार कांग्रेस दा मैनीफेस्टो 2017 के मैनीफेस्टो तो किस तरह वखरा होएगा, किस तरह की विभिन्नता होएगी इस बार चोन मैनीफेस्टो दे विच। इस बारे गलबात करांगे ते नाल ही नाल गलबात करांगे सीएम चन्नी दी। चरणजीत सिंह चन्नी ਜਿਹੜੇ कि एक बार फिर तो बड़े विवादां दे विच घिर गए ने। विवाद लगातार चन्नी दा खैड़ा नहीं छड्ड रहे, लेकिन इस बार विवाद जरा बड़ा है जिसनूं बीजेपी ने अपने रडार दे उपर लिया है। बड़े हमले होए ने, बड़े निशाने लगाए गए ने बीजेपी दे बड़े आगूआं दे वल्लों। किस तरह दा ये विवाद आ जो चन्नी दे नाल घिरिया, जिस दे विच सीएम चन्नी घिरते हुए नज़र आए ने। इस बारे गलबात करांगे ते गलबात करन दे लई मेरे नाल जुड़े हुए ने डॉक्टर भीमिंदर सिंह। सब तो पहला स्वागत करांगे डॉक्टर साहब, स्वागत है जी प्रोग्राम दे विच। बहुत बहुत शुक्रिया, मेहरबानी, धन्यवाद मान साहब। सो डॉक्टर साहब, एक वड्डी घबराहट जेकर कांग्रेस की गल करिए, कांग्रेस के वर्करां की गल करिए, विधायकों की गल करिए, मंत्रियों की गल करिए, एक वड्डी घबराहट है, माहौल सहमद है, कारण देरी है टिकटां की वंड दे विच। सो हर एक वर्कर नूं, हर एक विधायक, हर एक मंत्री नूं एक डर सता रहा, एक चिंता है भी की मैनूं टिकट मिलेगी या नहीं मिलेगी। जिवें कि पिछले दिन ही अनाउंस होणियां सी टिकटां, 8 तरीक की गल करिए तो टिकटां की पहली लिस्ट जारी होनी सी, लेकिन ऐन मौके ते हाई कमान दे वल्लों ये लिस्ट जारी नहीं की हुई, इनू डिनाई कर दिता गया। किवें देख रहे हो एक घबराहट नूं, किवें देख रहे हो बेचैनी नूं, की इस दे नाल कांग्रेस का फायदा होएगा इन्हां लिस्टां नूं डिनाई करके, डिले करके, या फिर कांग्रेस एक बड़े नुकसान नूं झल्लण लई तैयार रहे? किवें देख रहे हो पूरे मामले नूं? जी जी मान साहब, देखो पहला भी ਆਪਾਂ ਜਦੋਂ ਪਿਛਲਾ ਇਤਿਹਾਸ ਦੇਖਦੇ ਆ ਕਾਂਗਰਸ ਦਾ, ਉਹਦੇ ਵਿੱਚ ਵੀ ਕਾਂਗਰਸ ਜਿਹੜੀ ਹੈਗੀ ਆ ਲੇਟ ਆਪਣੀਆਂ ਲਿਸਟਾਂ ਜਾਰੀ ਕਰਦੀ ਹੈ। ਸਭ ਤੋਂ ਬਾਅਦ ਦੇ ਵਿੱਚ ਪਿਛਲੀ ਵਾਰੀ ਵੀ 17 ਦੇ ਵਿੱਚ ਉਹਨਾਂ ਨੇ ਲਿਸਟਾਂ ਆਪਣੀਆਂ ਜਾਰੀ ਕੀਤੀਆਂ ਸੀਗੀਆਂ, ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵਾਰੀ ਵੀ ਹੋ ਸਕਦਾ ਹੈ ਕਿ ਸਭ ਤੋਂ ਬਾਅਦ ਉਹ ਲਿਸਟਾਂ ਜਾਰੀ ਕਰੇ, ਈਵਨ ਬੀਜੇਪੀ ਦੇ ਤੋਂ ਵੀ ਬਾਅਦ। ਉਹਦਾ ਵੱਡਾ ਕਾਰਨ ਇਹ ਹੈ ਕਿ ਇਸ ਵਾਲੀ ਸਥਿਤੀ ਜਿਹੜੀ ਹੈਗੀ ਹੈ ਉਹ ਇੱਕ ਵੱਖਰੀ ਸਥਿਤੀ ਹੈ, ਔਰ ਵੱਖਰੀ ਸਥਿਤੀ ਦਾ ਕਾਰਨ ਇਹੀ ਹੈ ਕਿਉਂਕਿ ਇਸ ਵੇਲੇ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਕਿ ਲਗਭਗ 4.5 ਸਾਲ ਮੁੱਖ ਮੰਤਰੀ ਦਾ ਚਿਹਰਾ ਰਹੇ, ਮੁੱਖ ਮੰਤਰੀ ਰਹੇ, ਔਰ ਵੱਡੀਆਂ ਉਹਨਾਂ ਨੇ ਜਿਹੜੀਆਂ ਸੀ ਕਾਂਗਰਸ ਦੇ ਵਿੱਚ ਤਬਦੀਲੀਆਂ ਕੀਤੀਆਂ ਸੀਗੀਆਂ ਔਰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਾਂਗਰਸ ਨੂੰ। ਔਰ ਆਪਾਂ ਸਾਰੇ ਜਾਣਦੇ ਆ ਕਿ ਸਾਰੇ ਵਿਧਾਇਕਾਂ ਨੇ ਮਿਲ ਕੇ, ਮੰਤਰੀ ਸਾਹਿਬਾਨਾਂ ਨੇ ਮਿਲ ਕੇ, ਵਲੰਟੀਅਰ ਸਾਹਿਬਾਨ ਨੇ ਮਿਲ ਕੇ ਇੱਕ ਤਖਤਾ ਪਲਟ ਕੀਤਾ ਸੀਗਾ ਲਗਭਗ 3.5 ਮਹੀਨੇ ਪਹਿਲਾਂ। ਸੋ ਚੰਨੀ ਸਾਹਿਬ ਦੁਬਾਰਾ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਬਣੇ ਸੀਗੇ ਉਹਨਾਂ ਦੀ ਥਾਂ ਦੇ ਉੱਤੇ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਹੁਣ ਤੱਕ ਹੁੰਦੀਆਂ ਆ ਰਹੀਆਂ ਨੇ, ਔਰ ਇਸ ਕਰਕੇ ਕੈਪਟਨ ਸਾਹਿਬ ਵੀ ਇਸ ਗੱਲ ਨੂੰ ਕਹਿ ਚੁੱਕੇ ਨੇ ਬਾਰ-ਬਾਰ ਕਿ ਜਦੋਂ ਹੀ ਚੋਣ ਜ਼ਾਬਤਾ ਲੱਗੇਗਾ ਤੁਸੀਂ ਦੇਖਣਾ ਕਿ ਬਹੁਤ ਸਾਰੇ ਕਾਂਗਰਸ ਦੇ ਲੀਡਰ, ਚਾਹੇ ਉਹਨਾਂ ਨੇ ਕਿਹਾ ਸੀਗਾ ਕਿ ਹੋ ਸਕਦਾ ਹੈ ਕਿ ਵੱਡੇ ਮੰਤਰੀ ਵੀ ਉਹਦੇ ਵਿੱਚ ਸ਼ਾਮਲ ਹੋਣ, ਵੱਡੇ ਲੀਡਰ ਵੀ ਉਹਦੇ ਵਿੱਚ ਸ਼ਾਮਲ ਹੋਣ, ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੇਰੀ ਪਾਰਟੀ ਦੇ ਵਿੱਚ ਯਾਨੀ ਕਿ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ। ਸੋ ਕਾਂਗਰਸ ਨੂੰ ਇਸ ਵੇਲੇ ਇਹ ਵੱਡਾ ਡਰ ਸਤਾ ਰਿਹਾ ਹੈ ਕਿ ਜੇਕਰ ਇਹ ਵੱਡੇ ਮੰਤਰੀ, ਵੱਡੇ ਚਿਹਰੇ ਕਾਂਗਰਸ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਖਾਸ ਤੌਰ ਤੇ ਬੀਜੇਪੀ ਦੇ ਵਿੱਚ ਜਾਂਦੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਬਹੁਤ ਵੱਡਾ ਨੁਕਸਾਨ, ਜਿਵੇਂ ਆਪਾਂ ਪਹਿਲਾਂ ਦੱਸਿਆ ਹੈ, ਕਿ ਕਾਂਗਰਸ ਨੂੰ ਹੋ ਸਕਦਾ ਹੈ। ਸੋ ਇਹੀ ਡਰ ਹੈ ਕਿ ਜਿਵੇਂ ਤੁਸੀਂ ਕਿਹਾ ਹੈ ਕਿ 8 ਤਰੀਕ ਨੂੰ ਇਹ ਲਿਸਟ ਜਾਰੀ ਕਰਨੀ ਸੀਗੀ, ਪਰ ਕਿਸੇ ਨਾ ਕਿਸੇ ਕਰਕੇ ਇਹ ਇਸੇ ਡਰ ਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਲਿਸਟ ਨੂੰ ਪੋਸਟਪੋਨ ਕੀਤਾ ਗਿਆ, ਅੱਗੇ ਪਾਇਆ ਗਿਆ। ਔਰ ਹੁਣ ਕਿਉਂਕਿ ਮੌਕਾ ਜਿਹੜਾ ਹੈਗਾ ਇਸ ਵੇਲੇ ਇਹਨਾਂ ਨੂੰ ਬਹੁਤ ਜਲਦੀ ਕਰਨੀ ਚਾਹੀਦੀ ਹੈ, ਬਹੁਤ ਸਹੀ ਮੌਕਾ ਹੈ, ਕਿਉਂਕਿ ਜੇਕਰ ਲੇਟ ਹੁੰਦੇ ਨੇ ਤਾਂ ਜਿਹੜੇ ਸਾਰੀ ਕੰਪੇਨ ਜਿਹੜੀ ਹੈਗੀ ਹੈ
ਚੋਣ ਕੰਪੇਨ ਹੋਏਗੀ, ਕਿਉਂਕਿ ਇਸ ਵਾਰੀ ਤਾਂ ਤੁਹਾਨੂੰ ਵੱਡੀਆਂ ਰੈਲੀਆਂ ਵੀ ਹੋ ਸਕਦਾ ਨਾ ਕਰਨੀਆਂ ਪੈਣ ਔਰ ਵੱਡੇ ਜਿਹੜੇ ਨੇ ਵੱਡੇ ਇਕੱਠ ਵੀ ਤੁਹਾਨੂੰ ਨਾ ਕਰਨੇ ਪੈਣ। ਤੁਹਾਨੂੰ ਹੋ ਸਕਦਾ ਹੈ ਕਿ ਡੋਰ ਟੂ ਡੋਰ ਜਾਂ ਜਿਹੜੀ ਵਰਚੁਅਲ ਮੀਟਿੰਗਸ ਜਿਹੜੀਆਂ ਨੇ, ਯਾਨੀ ਕਿ ਤੁਸੀਂ ਮੋਬਾਈਲ ਫੋਨਾਂ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਾਂ ਇੰਟਰਨੈਟ ਦੇ ਰਾਹੀਂ ਤੁਸੀਂ ਆਪਣੀ ਕੰਪੇਨ ਕਰਨੀ ਹੋਵੇਗੀ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਔਖਾ ਸਮਾਂ ਹੈ। ਕਾਂਗਰਸ ਨੂੰ ਬਹੁਤ ਸੋਚ ਸਮਝ ਕੇ ਜਿਹੜੇ ਨੇ ਆਪਣੇ ਅਗਲੇ ਕਦਮ ਰੱਖਣੇ ਚਾਹੀਦੇ ਨੇ। ਜੇਕਰ ਇਹਨਾਂ ਦੇ ਵਿੱਚੋਂ ਵੱਡਾ ਹਿੱਸਾ ਨਾਰਾਜ਼ ਹੁੰਦਾ ਹੈ, ਜੇਕਰ ਉਹਨਾਂ ਨੂੰ ਲੱਗੂਗਾ ਕਿ ਸਾਡੀ ਟਿਕਟ ਜਿਹੜੀ ਹੈਗੀ ਹੈ ਕੱਟੀ ਗਈ ਹੈ, ਤਾਂ ਲਾਜ਼ਮੀ ਤੌਰ ਤੇ ਇਹ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ, ਹੋ ਸਕਦਾ ਹੈ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਜਾਣ। ਜਿਵੇਂ ਤੁਸੀਂ ਪਿਛਲੇ ਵਾਰੀ ਵੀ ਦੇਖਿਆ ਹੋਵੇਗਾ, ਕੁਝ ਦਿਨ ਪਹਿਲਾਂ ਇਹਨਾਂ ਦੇ ਵੱਡੇ ਲੀਡਰ ਫਤਿਹ ਜੰਗ ਬਾਜਵਾ ਹੋਰੀ ਹੋਣ ਜਾਂ ਗੁਰਮੀਤ ਰਾਣਾ ਸੋਢੀ ਜੀ ਹੋਣ, ਔਰ ਇਸੇ ਤਰ੍ਹਾਂ ਹੋਰ ਬੜੇ ਜਿਹੜੇ ਨੇ ਕਾਫੀ ਜਿਹੜੇ ਲੋਕ ਨੇ ਤਿਆਰ ਬੈਠੇ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਟਿਕਟ ਜਿਹੜੀ ਹੈਗੀ ਆ ਮਿਲਣ ਦੀਆਂ ਸੰਭਾਵਨਾਵਾਂ ਨਹੀਂ ਹੈਗੀਆਂ। ਔਰ ਕੱਲ੍ਹ ਹੀ ਤੁਸੀਂ ਦੇਖਿਆ ਹੋਵੇਗਾ ਕਿ ਮੋਗੇ ਦੇ ਵਿੱਚ ਸੋਨੂੰ ਸੂਦ ਦੀ ਜਦੋਂ ਸਿਸਟਰ, ਉਹਨਾਂ ਦੇ ਭੈਣ ਜੀ ਜਿਹੜੇ ਨੇ, ਉਹ ਜਦੋਂ ਮੈਦਾਨ ਵਿੱਚ ਉਤਰੇ ਨੇ ਔਰ ਕਾਂਗਰਸ ਵੱਲੋਂ ਉਹਨਾਂ ਨੂੰ ਸੰਭਾਵਨਾਵਾਂ ਹੈ ਕਿ ਟਿਕਟ ਮਿਲਣ ਦੀਆਂ, ਤਾਂ ਉੱਥੋਂ ਦੇ ਜਿਹੜੇ ਮੌਜੂਦਾ ਜਿਹੜੇ ਸਿਟਿੰਗ ਐਮਐਲਏ ਨੇ, ਉਹਨਾਂ ਦਾ ਵੀ ਜਿਹੜਾ ਹੈਗਾ ਗੁੱਸਾ ਗਿਲਾ ਦੇਖਣ ਨੂੰ ਸਾਹਮਣੇ ਆਇਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਬਾਕੀ ਸੀਟਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਨਾਰਾਜ਼ਗੀਆਂ ਜਿਹੜੀਆਂ ਨੇ ਉਹ ਤੁਸੀਂ ਵੱਖ-ਵੱਖ ਲੀਡਰਾਂ ਦੀਆਂ ਦੇਖ ਸਕੋਗੇ। ਸੋ ਜੇਕਰ ਇਹ ਹੁੰਦਾ ਹੈ ਤਾਂ 22 ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਕਾਂਗਰਸ ਦੇ ਵਿੱਚ ਨਜ਼ਰ ਆ ਰਹੀਆਂ ਨੇ। ਸੋ ਜੇਕਰ ਇਹ ਹੁੰਦੀਆਂ ਨੇ ਸੰਭਾਵਨਾਵਾਂ, ਤਾਂ ਵੱਡੀਆਂ ਜਿਹੜੀਆਂ ਸੀਟਾਂ ਦੇ ਉੱਤੇ ਉਹਨਾਂ ਨੂੰ ਘਾਟਾ ਪੈ ਸਕਦਾ ਹੈ ਮਾਨ ਸਾਹਿਬ। ਸੋ ਬਿਲਕੁਲ ਸਰ, ਇਹ ਤਾਂ ਘਬਰਾਹਟ ਜਾਂ ਸਹਿਮ ਜਾਂ ਡਰ ਦੀ ਗੱਲ ਕਰੀਏ, ਕਾਂਗਰਸ ਦਾ ਬਿਲਕੁਲ ਸੱਚ ਹੈ, ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਐਮਐਲਏ, ਉਹਨਾਂ ਦੇ ਵਿਧਾਇਕ, ਇਵਨ ਕਿ ਮੰਤਰੀ ਵੀ ਕਾਂਗਰਸ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਗਏ ਨੇ, ਬੀਜੇਪੀ ਦੇ ਵਿੱਚ ਗਏ ਨੇ। ਲੇਕਿਨ ਆਪਾਂ ਦੂਸਰੀ, ਹੁਣ ਜੇ ਬੀਜੇਪੀ ਦੀ ਗੱਲ ਕਰੀਏ, ਪੰਜਾਬ ਲੋਕ ਕਾਂਗਰਸ ਦੀ ਗੱਲ ਕਰੀਏ, ਉਹਨਾਂ ਦੀ ਕੀ ਮਜਬੂਰੀ ਹੈ? ਉਹ ਕਾਂਗਰਸ ਦੇ ਮੂੰਹ ਵੱਲ ਕਿਉਂ ਦੇਖ ਰਹੇ ਨੇ? ਕਿਉਂਕਿ ਭਾਜਪਾ ਦੇ ਵੱਲੋਂ ਜਾਂ ਪੰਜਾਬ ਲੋਕ ਕਾਂਗਰਸ ਦੇ ਵੱਲੋਂ, ਜਾਂ ਫਿਰ ਗੱਠਜੋੜ ਦੀ ਗੱਲ ਕਰੀਏ, ਗੱਠਜੋੜ ਦੇ ਵੱਲੋਂ ਵੀ ਇੱਕ ਵੀ ਅਜੇ ਤੱਕ ਵਿਧਾਇਕ ਦਾ ਉਮੀਦਵਾਰ ਦਾ ਨਾਮ ਅਨਾਉਂਸ ਨਹੀਂ ਕੀਤਾ ਗਿਆ। ਕਿ ਉਹ ਕਾਂਗਰਸ ਦੇ ਵੱਲ ਦੇਖ ਰਹੇ ਨੇ ਕਿ ਕਾਂਗਰਸ ਲਿਸਟਾਂ ਜਾਰੀ ਕਰੇ, ਉਹ ਕਾਂਗਰਸ ਦੇ ਜਿਹੜੇ ਵਰਕਰ ਜਾਂ ਵੱਡੇ ਲੀਡਰ ਛੱਡ ਕੇ ਬੀਜੇਪੀ ਚਾਹਣਗੇ ਕਿ ਉਹਨਾਂ ਨੂੰ ਟਿਕਟਾਂ ਦੇਣ ਦੀ ਤਿਆਰੀ 'ਚ ਬੈਠੇ ਨੇ ਭਾਜਪਾ ਵਾਲੇ, ਉਹ ਆਪਣੀ ਲਿਸਟਾਂ ਜਾਰੀ ਕਿਉਂ ਨਹੀਂ ਕਰ ਰਹੇ? ਜੀ ਮਾਨ ਸਾਹਿਬ, ਦੇਖੋ, ਚਾਹੇ ਬੀਜੇਪੀ ਹੋਵੇ, ਚਾਹੇ ਪੰਜਾਬ ਲੋਕ ਕਾਂਗਰਸ ਹੋਵੇ, ਜਾਂ ਆਪਾਂ ਕਹਿ ਸਕਦੇ ਹਾਂ ਸੰਯੁਕਤ ਅਕਾਲੀ ਦਲ ਹੋਵੇ, ਕਿਉਂਕਿ ਤਿੰਨਾਂ ਦਾ ਗੱਠਜੋੜ ਬਣਿਆ ਹੋਇਆ ਇਸ ਵੇਲੇ, ਔਰ ਇਹਨਾਂ ਤਿੰਨਾਂ ਪਾਰਟੀਆਂ ਕੋਲ ਆਪਣਾ ਹਜੇ ਸਾਰੀਆਂ ਸੀਟਾਂ ਦੇ ਉੱਤੇ ਕਾਡਰ ਨਹੀਂ ਹੈ। ਬੇਸ਼ੱਕ ਬੀਜੇਪੀ ਦਾ ਕਾਡਰ ਹੈ, ਪਰ ਉਹ ਕਾਡਰ ਜਿਹੜਾ ਹੈਗਾ ਕੁਝ ਸ਼ਹਿਰੀ ਸੀਟਾਂ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਹੈ। ਪਰ ਜੇਕਰ 117 ਸੀਟਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਤਾਂ 117 ਸੀਟਾਂ ਦੇ ਉੱਤੇ ਖਾਸ ਤੌਰ ਤੇ ਜਿਹੜਾ ਪੇਂਡੂ ਏਰੀਆ ਹੈ, ਉਹਦੇ ਵਿੱਚ ਬੀਜੇਪੀ ਦਾ ਕਾਡਰ ਜਿਹੜਾ ਹੈਗਾ ਤੁਹਾਨੂੰ ਦਿਖਾਈ ਨਹੀਂ ਦੇਗਾ। ਸੋ ਇਸ ਕਰਕੇ ਕਾਰਨ ਇਹੀ ਹੈ, ਕਿਉਂਕਿ ਆਪਣਾ ਕਾਡਰ ਨਹੀਂ ਹੈ, ਹਜੇ ਸਮਾਂ ਇਹਨਾਂ ਨੂੰ ਨਹੀਂ ਮਿਲਿਆ, ਚਾਹੇ ਉਹ ਕੈਪਟਨ ਸਾਹਿਬ ਦੀ ਪਾਰਟੀ ਹੋਵੇ, ਚਾਹੇ ਸੰਯੁਕਤ ਅਕਾਲੀ ਦਲ ਹੋਵੇ, ਇਹਨਾਂ ਨੂੰ ਹਜੇ ਟਾਈਮ ਲੱਗੇਗਾ, ਹਜੇ ਬੜਾ ਸਮਾਂ ਲੱਗਣਾ ਹੈ। ਔਰ ਇਹੀ ਕਾਰਨ ਹੈ ਕਿ ਇਹਨਾਂ ਨੂੰ ਹੁਣ ਬਣੇ ਬਣਾਈ ਖੀਰ ਭਾਲਦੇ ਆ ਕਿ ਸਾਨੂੰ ਕੋਈ ਬਣਿਆ ਬਣਾਇਆ ਸਾਰਾ ਕੁਝ ਮਿਲ ਜਾਏ, ਬਣੇ ਬਣਾਏ ਲੀਡਰ ਮਿਲ ਜਾਣ, ਬਣਿਆ ਬਣਾਇਆ ਸਾਨੂੰ ਜਿਹੜਾ ਜਿਹੜਾ ਹੈਗਾ ਵਰਕਰ ਹੋਏਗਾ ਉਹ ਮਿਲ ਜਾਏ ਇਹਨਾਂ ਲੀਡਰਾਂ ਦੇ ਨਾਲ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੀ ਟੇਕ ਹੁਣ ਕਾਂਗਰਸ ਤੇ ਹੀ ਲੱਗੀ ਹੋਈ ਹੈ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਜਦੋਂ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਲਗਭਗ ਸਾਰੀਆਂ ਸੀਟਾਂ ਤੇ ਆਪਣੀ ਅਨਾਉਂਸਮੈਂਟ ਕਰ ਚੁੱਕੀ ਹੈ। ਇਸੇ ਤਰ੍ਹਾਂ ਅਕਾਲੀ ਦਲ ਔਰ ਬਸਪਾ ਦਾ ਜਿਹੜੀ ਆ ਉਮੀਦਵਾਰਾਂ ਦੀ ਲਿਸਟ ਹੈ ਉਹ ਲਗਭਗ ਕਾਫੀ ਜਿਹੜੀ ਹੈਗੀ ਹੈ ਜਾਰੀ ਹੋ ਚੁੱਕੀ ਹੈ। ਸੋ ਇਸੇ ਕਰਕੇ ਇੱਕੋ ਇੱਕ ਪਾਰਟੀ ਇਸ ਵੇਲੇ ਬਚਦੀ ਹੈ, ਕਾਂਗਰਸ ਪਾਰਟੀ, ਜਿਹੜੀ ਕਿ ਸੱਤਾ ਦੇ ਵਿੱਚ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕਾਂ ਨੇ ਸੱਤਾ ਹੰਢਾਈ ਹੈ, ਜੇਕਰ ਉਹਨਾਂ ਨੂੰ ਤੁਸੀਂ ਸੱਤਾ ਤੋਂ ਬਾਹਰ ਕਰੋਗੇ, ਯਾਨੀ ਕਿ ਉਮੀਦਵਾਰੀ ਤੋਂ ਬਾਹਰ ਕਰੋਗੇ, ਤਾਂ ਬਹੁਤ ਵੱਡਾ ਸੰਕਟ ਜਿਹੜਾ ਹੈਗਾ ਖੜਾ ਹੋ ਸਕਦਾ ਹੈ। ਇਸੇ ਦੀ ਤਾਕ ਦੇ ਵਿੱਚ ਬੀਜੇਪੀ ਔਰ ਕੈਪਟਨ ਸਾਹਿਬ ਦੀ ਪਾਰਟੀ ਜਿਹੜੀ ਹੈਗੀ ਹੈ ਲੱਗੀ ਹੋਈ ਹੈ। ਔਰ ਕੈਪਟਨ ਸਾਹਿਬ ਦਾ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ, ਇਸ਼ਾਰਾ ਕਰ ਚੁੱਕੇ ਨੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਨਾਲ ਜਿਹੜੇ ਨੇ ਬਹੁਤ ਸਾਰੇ ਜਿਹੜੇ ਸਾਥੀ ਨੇ, ਉਹਨਾਂ ਦੇ ਪੁਰਾਣੇ ਸਾਥੀ ਜਿਹੜੇ ਕਿਸੇ ਵੇਲੇ ਖਾਸ ਮੰਨੇ ਜਾਂਦੇ ਸੀਗੇ ਕੈਪਟਨ ਸਾਹਿਬ ਦੇ, ਉਹ ਉਹਨਾਂ ਦੇ ਨਾਲ ਜਾ ਸਕਦੇ ਨੇ। ਔਰ ਜਲਦੀ ਹੀ ਤੁਸੀਂ ਦੇਖੋਗੇ ਕਿ ਜਿਉਂ ਹੀ ਇਹ ਲਿਸਟ ਆਏਗੀ, ਪਹਿਲੀ ਲਿਸਟ ਜਾਰੀ ਹੋਏਗੀ ਕਾਂਗਰਸ ਵੱਲੋਂ, ਤਿਉਂ ਹੀ ਜਿਹੜਾ ਹੈਗਾ ਬਹੁਤ ਵੱਡੇ ਜਿਹੜੇ ਨੇ ਇੱਧਰ ਜਿਹੜੇ ਬਦਲਾਅ ਇੱਧਰ ਉੱਧਰ ਤੁਸੀਂ ਦੇਖੋਗੇ ਕਿ ਕਾਂਗਰਸ ਦੇ ਵਿੱਚ ਹੋ ਸਕਦੇ ਨੇ। ਔਰ ਇਹੀ ਚਿਹਰੇ ਜਿਹੜੇ ਨੇ ਕੈਪਟਨ ਸਾਹਿਬ ਦੇ ਨਾਲ ਜਾ ਸਕਦੇ ਨੇ, ਬੀਜੇਪੀ ਦੇ ਨਾਲ ਜਾ ਸਕਦੇ ਨੇ, ਯਾਨੀ ਕਿ ਜਿਹੜਾ ਹੈਗਾ ਆਪਣਾ ਪਾਲਾ ਬਦਲ ਸਕਦੇ ਨੇ ਮਾਨ ਸਾਹਿਬ।
ਸੋ ਬਿਲਕੁਲ ਸਰ, ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਵੀਆਂ ਲਿਸਟਾਂ ਜਾਰੀ ਹੋਣ ਕਾਂਗਰਸ ਦੇ ਵੱਲੋਂ ਵੱਡਾ ਪਲਾਨ ਵੀ ਹੋ ਸਕਦਾ ਹੈ। ਸੋ ਉਹਨੂੰ ਦੇਖਦੇ ਹੋਏ ਅਜੇ ਗਠਬੰਧਨ ਨੇ ਭਾਜਪਾ ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਦੇ ਜੋ ਗਠਬੰਧਨ ਹੋਇਆ ਉਹਨਾਂ ਨੇ ਅਜੇ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਰੋਕ ਰੱਖੀ ਹੈ। ਸੋ ਹੁਣ ਆਪਾਂ ਦੂਸਰੀ ਖਬਰ ਵੱਲ ਚੱਲੀਏ, ਮੇਨ ਖਬਰ ਦੇ ਵੱਲ, ਅਹਿਮ ਖਬਰ ਦੇ ਵੱਲ, ਜੋ ਕਿ 2022 ਦੀ ਇਲੈਕਸ਼ਨ ਨੂੰ ਬਹੁਤ ਪ੍ਰਭਾਵਿਤ ਕਰੇਗੀ। ਗੱਲ ਕਰਾਂਗੇ ਬਿਕਰਮਜੀਤ ਸਿੰਘ ਮਜੀਠੀਆ ਦੀ, ਜਿਨ੍ਹਾਂ ਨੂੰ ਉੱਪਰ ਡਰੱਗ ਦੇ ਮਾਮਲੇ ਦੇ ਉੱਪਰ ਇੱਕ FIR ਹੋਈ ਸੀ, ਜਿਸ ਦੀ ਸੁਣਵਾਈ ਅੱਜ ਹਾਈ ਕੋਰਟ ਦੇ ਵਿੱਚ ਹੈ। ਕਿਵੇਂ ਦੇਖ ਰਹੇ ਹੋ ਡਾਕਟਰ ਸਾਹਿਬ, ਅੱਜ ਹਾਈ ਕੋਰਟ ਦੇ ਵਿੱਚ ਮਜੀਠੀਆ ਨੂੰ ਬੇਲ ਮਿਲੇਗੀ ਜਾਂ ਫਿਰ ਜੇਲ੍ਹ ਮਿਲੇਗੀ, ਕਿਵੇਂ ਦੇਖ ਰਹੇ ਹੋ? ਜੀ ਮਾਨ ਸਾਹਿਬ, ਦੇਖੋ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਲਗਾਤਾਰ ਵੱਖ-ਵੱਖ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਨੇ, ਔਰ ਆਪਾਂ ਨੂੰ ਵੀ ਪਤਾ ਹੈ ਕਿ ਡਰੱਗ ਮਸਲੇ ਦੇ ਵਿੱਚ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਜਦੋਂ 17 ਦੀਆਂ ਇਲੈਕਸ਼ਨਾਂ ਹੋ ਰਹੀਆਂ ਸੀਗੀਆਂ ਉਸ ਵੇਲੇ ਵੀ ਇੱਕ ਵੱਡਾ ਮੁੱਦਾ ਬਣਿਆ ਸੀਗਾ, ਔਰ ਕੱਲਾ ਵੱਡਾ ਮੁੱਦਾ ਹੀ ਨਹੀਂ ਬਣਿਆ, ਸਗੋਂ ਇੱਥੋਂ ਤੱਕ ਗੱਲ ਚਲੀ ਗਈ ਸੀ ਕਿ ਉਸ ਵੇਲੇ ਦੇ ਕਾਂਗਰਸ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਚਿਹਰਾ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਵੀ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਾਂਗਾ ਔਰ ਵੱਡੇ ਮਗਰਮੱਛਾਂ ਨੂੰ ਜੇਲ੍ਹ 'ਚ ਡੱਕਾਂਗਾ। ਪਰ ਆਪਾਂ ਨੇ ਦੇਖਿਆ ਕਿ ਲਗਭਗ ਪੌਣੇ 5 ਸਾਲ ਬੀਤ ਚੁੱਕੇ ਸੀਗੇ ਔਰ ਕੈਪਟਨ ਸਾਹਿਬ ਨੇ ਕੋਈ ਕਿਸੇ ਕਿਸਮ ਦੀ ਇਦਾਂ ਦੀ ਹਰਕਤ ਕਰਦੀ ਨਜ਼ਰ ਨਹੀਂ ਸੀ ਆਈ। ਸਿੱਟ ਤੇ ਸਿੱਟ ਬਣ ਰਹੀ ਸੀਗੀ ਪਰ ਉਹਦਾ ਨਤੀਜਾ ਬੇਸਿੱਟਾ ਰਿਹਾ ਸੀਗਾ। ਸੋ ਅਖੀਰ ਨੂੰ ਜਦੋਂ ਚੰਨੀ ਸਾਹਿਬ ਆਏ ਔਰ ਨਵਜੋਤ ਸਿੰਘ ਸਿੱਧੂ ਹਰਕਤ ਵਿੱਚ ਆਏ, ਉਹਨਾਂ ਨੂੰ ਮੌਕਾ ਮਿਲਿਆ ਪ੍ਰਧਾਨਗੀ ਦਾ, ਤਾਂ ਉਹਨਾਂ ਨੇ ਬਕਾਇਦਾ ਜਿਹੜੇ ਵਕੀਲਾਂ ਦੀ ਇੱਕ ਨਵੀਂ ਟੀਮ ਤਿਆਰ ਕੀਤੀ ਔਰ AG ਦੀ ਨਵੀਂ ਟੀਮ ਤਿਆਰ ਕੀਤੀ ਔਰ ਜਿੱਦਾਂ ਕਰਕੇ ਆਪਾਂ ਦੇਖ ਰਹੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ FIR ਕੀਤੀ ਗਈ ਔਰ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਉਸ ਕੇਸ ਦੇ ਵਿੱਚ ਜਿਹੜੀਆਂ ਨਵੀਆਂ ਧਾਰਾਵਾਂ ਲਾ ਕੇ ਕੇਸ ਜਿਹੜਾ ਹੈਗਾ ਉਹਨਾਂ ਦੇ ਉੱਤੇ ਕੀਤਾ ਗਿਆ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਨੇ, ਪੰਜਾਬ ਸਰਕਾਰ ਨੇ ਜਾਂ AG ਸਾਹਿਬ ਨੇ ਜਾਂ ਉਹਨਾਂ ਦੀ ਟੀਮ ਨੇ ਜੋ ਇੱਕ ਸ਼ੰਕੇ ਖੜੇ ਕੀਤੇ ਸੀਗੇ, ਜੋ ਉਹਨਾਂ ਨੇ ਜਿਹੜੇ ਹੈਗੇ ਨੇ ਬਿਕਰਮ ਮਜੀਠੀਆ ਹੋਰਾਂ ਦੀ ਟੀਮ ਨੇ ਜੋ ਕਿਹਾ ਸੀਗਾ ਕਿ ਇਹ ਸਾਰਾ ਕੁਝ ਸਿਆਸੀ ਤੌਰ ਤੇ ਉਹਨਾਂ ਨਾਲ ਜਿਹੜਾ ਹੈਗਾ ਹੋ ਰਿਹਾ ਹੈ ਔਰ ਇਹਦੇ ਵਿੱਚ ਸੱਚਾਈ ਕੋਈ ਨਜ਼ਰ ਨਹੀਂ ਆ ਰਹੀ, ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਜਿਹੜਾ ਹੈਗਾ ਬਹੁਤ ਅੱਛਾ ਜਿਹੜਾ ਹੈਗਾ ਜਵਾਬ ਦਿੱਤਾ ਸੀਗਾ। ਹੁਣ ਡਿਪੈਂਡ ਕਰੇਗਾ ਅੱਜ ਕਿ ਉਸ ਜਵਾਬ ਦੇ ਵਿੱਚ ਕਿੰਨੀ ਕੁ ਲੌਜਿਕ ਹੈ, ਕਿੰਨੀ ਕੁ ਤਰਕ ਹੈ, ਕੀ ਉਹ ਜੱਜ ਸਾਹਿਬ ਨੂੰ ਸੈਟੀਸਫਾਈ ਕੀਤਾ ਹੈ ਉਹਨਾਂ ਨੇ ਜਾਂ ਨਹੀਂ ਕੀਤਾ, ਉਸ ਦੇ ਆਧਾਰ ਦੇ ਉੱਤੇ ਬੇਲ ਜਾਂ ਜੇਲ੍ਹ ਜਿਹੜੀ ਹੈਗੀ ਹੈ ਹੋ ਸਕਦੀ ਹੈ। ਸੋ ਸੰਭਾਵਨਾਵਾਂ ਇਹੀ ਨੇ ਕਿ ਜੇਕਰ ਇਹਨਾਂ ਨੇ ਆਪਣੇ ਤੱਥਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਹੋਏਗਾ, ਇਸ ਖਾਸ ਤੌਰ ਤੇ ਜਿਹੜੇ ਸਰਕਾਰੀ ਤੱਥ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵੱਲੋਂ ਤੱਥ ਪੇਸ਼ ਕੀਤੇ ਗਏ ਨੇ, ਜੇਕਰ ਉਹਨਾਂ ਦੇ ਵਿੱਚ ਕੋਈ ਜਾਨ ਹੋਏਗੀ, ਤਾਕਤ ਹੋਏਗੀ, ਤਾਂ ਲਾਜ਼ਮੀ ਤੌਰ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਸਕਦੀਆਂ ਨੇ। ਮਾਨ ਸਾਹਿਬ ਬਿਲਕੁਲ ਜੀ, ਇਕੱਲੇ ਬਿਕਰਮ ਮਜੀਠੀਆ ਦੀਆਂ ਦਿੱਕਤਾਂ ਨਹੀਂ ਵਧਣਗੀਆਂ ਜੇਕਰ ਫੈਸਲਾ ਉਹਨਾਂ ਦੇ ਅਗੇਂਸਟ ਆਉਂਦਾ ਹੈ। ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਹੋਏਗਾ ਕਿ ਤੇ 2022 ਦੀਆਂ ਇਲੈਕਸ਼ਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਅੱਜ ਦੇ ਇਸ ਫੈਸਲੇ ਦੇ ਨਾਲ, ਤੇ ਬਹੁਤ ਵੱਡਾ ਫੈਸਲਾ ਹੋਏਗਾ ਜੋ ਵੀ ਫੈਸਲਾ ਹੋਏਗਾ ਹਾਈ ਕੋਰਟ ਦੇ ਵੱਲੋਂ, ਕਿਉਂਕਿ ਪੰਜਾਬ ਦੀਆਂ ਇਲੈਕਸ਼ਨਸ ਪ੍ਰਭਾਵਿਤ ਹੋਣਗੀਆਂ ਇਸ ਫੈਸਲੇ ਦੇ ਨਾਲ। ਸੋ ਡਾਕਟਰ ਸਾਹਿਬ, ਇੱਕ ਹੋਰ ਅਹਿਮ ਸਵਾਲ ਦੇ ਵੱਲ ਚੱਲੀਏ, ਆਪਾਂ ਵੱਡੀ ਖਬਰ ਦੇ ਵੱਲ ਚੱਲੀਏ। ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਦੇ ਵੱਲੋਂ ਕਾਂਗਰਸ ਦੇ ਮੈਨੀਫੈਸਟੋ ਬਾਰੇ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਮੈਨੀਫੈਸਟੋ 2017 ਦੇ ਮੈਨੀਫੈਸਟੋ ਤੋਂ ਵੱਖਰਾ ਹੋਏਗਾ। ਇਹਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਏਗੀ, ਪੰਜਾਬੀਅਤ ਦੀ ਗੱਲ ਕੀਤੀ ਜਾਏਗੀ, ਇਹਦੇ ਵਿੱਚ ਲੁਭਾਵਨੇ ਵਾਅਦੇ ਨਹੀਂ ਕੀਤੇ ਜਾਣਗੇ। ਕਿਵੇਂ ਦੇਖ ਰਹੇ ਹੋ ਕਿ ਸੱਚਮੁੱਚ ਇਹ ਮੈਨੀਫੈਸਟੋ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਗੱਲ ਕਰ ਰਹੇ ਨੇ 2017 ਦੇ ਮੈਨੀਫੈਸਟੋ ਤੋਂ ਵੱਖਰਾ ਹੋਏਗਾ, ਕਿਵੇਂ ਦੇਖ ਰਹੇ ਹੋ? ਜੀ ਬਿਲਕੁਲ ਮਾਨ ਸਾਹਿਬ, ਦੇਖੋ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਵਾਹਿਦ ਇੱਕ ਐਸੇ ਲੀਡਰ ਨੇ ਜਿਹੜੇ ਕਿ ਪੰਜਾਬ ਮਾਡਲ ਦੀ ਗੱਲ ਕਰਦੇ ਰਹੇ ਹੈ ਹੁਣ ਤੱਕ। ਜੇ ਉਹਨਾਂ ਦੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਖੂਬੀ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਤਾਂ ਉਹ ਪੰਜਾਬ ਮਾਡਲ ਦੀ ਖੂਬੀ ਰਹੀ ਹੈ ਔਰ ਇਹ ਮਾਡਲ ਉਹਨਾਂ ਨੇ ਲਗਭਗ 2-2.5 ਸਾਲਾਂ ਦੀ ਜਿਹੜੀ ਰਿਸਰਚ ਹੈ, ਖੋਜ ਹੈ ਔਰ ਉਹਨਾਂ ਦੇ ਫਿਗਰ ਨੇ, ਉਹਨਾਂ ਦਾ ਜਿਹੜਾ ਚਿੰਤਨ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ। ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਨਵਾਂ ਮਾਡਲ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਵਾਅਦੇ ਤੇ ਵਾਅਦੇ ਕੀਤੇ ਸੀਗੇ, ਘਰ ਘਰ ਨੌਕਰੀ ਦਾ ਵਾਅਦਾ, ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਔਰ ਨਸ਼ਿਆਂ ਦੇ ਲੱਕ ਤੋੜਨ ਦਾ ਵਾਅਦਾ, ਇਸ ਤਰ੍ਹਾਂ ਦੇ ਅਨੇਕਾਂ ਵਾਅਦੇ ਉਹਨਾਂ ਨੇ 129 ਪੰਨਿਆਂ ਦਾ ਜਿਹੜਾ ਮੈਨੀਫੈਸਟੋ ਕਿਸੇ ਵੇਲੇ ਦਿੱਤਾ ਸੀਗਾ ਪਿਛਲੇ ਵਾਰੀ, ਜੇ ਆਪਾਂ ਕਹਿ ਸਕਦੇ ਕਿ 17 ਦੇ ਵਿੱਚ। ਪਰ ਉਹਨਾਂ ਦੇ ਵਿੱਚੋਂ ਵਾਅਦੇ ਜਿਹੜੇ ਸੀਗੇ ਉਹ ਲੋਕਾਂ ਨੂੰ ਪੂਰੇ ਹੁੰਦੇ ਨਜ਼ਰ ਨਹੀਂ ਸੀ ਆਏ ਔਰ ਲੋਕਾਂ ਦੇ ਵਿੱਚ ਨਿਰਾਸ਼ਾ ਤੇ ਉਦਾਸੀ
ਜਿਹੜੀ ਹੈਗੀ ਹੈ ਛਾਈ ਹੋਈ ਸੀਗੀ। ਔਰ ਜਿਹਦਾ ਨਤੀਜਾ ਕੀ ਹੋਇਆ, ਜਿਹਦਾ ਨਤੀਜਾ ਕੈਪਟਨ ਸਾਹਿਬ ਨੂੰ ਅਖੀਰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਸੀਗੇ, ਕਿਉਂਕਿ ਉਹ ਆਪਣੇ ਵਾਅਦੇ ਪੂਰੇ ਕਰਦੇ ਨਜ਼ਰ ਨਹੀਂ ਸੀ ਆ ਰਹੇ। ਸੋ ਦੂਜੇ ਪਾਸੇ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮਾਡਲ ਦੇਖਦੇ ਹਾਂ ਤਾਂ ਇਹ ਮਾਡਲ ਇੱਕ ਪ੍ਰੈਕਟੀਕਲੀ ਮਾਡਲ ਸਾਨੂੰ ਦਿਖਾਈ ਦਿੰਦਾ ਹੈ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਨਾਲ ਸੰਬੰਧਿਤ ਮਾਡਲ ਦਿਖਾਈ ਦਿੰਦਾ ਹੈ। ਇਹਦੇ ਵਿੱਚ ਵੱਡੀ ਗੱਲ ਇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਮਦਨ ਤੁਹਾਨੂੰ ਕਿੱਥੋਂ ਹੋਏਗੀ। ਜੇਕਰ ਤੁਸੀਂ ਰੁਜ਼ਗਾਰ ਦੇਣਾ ਹੈ, ਜੇਕਰ ਤੁਸੀਂ ਪੰਜਾਬੀਆਂ ਨੂੰ ਸਹੂਲਤਾਂ ਦੇਣੀਆਂ ਨੇ ਤਾਂ ਉਹ ਪੈਸਾ ਕਿੱਥੋਂ ਆਏਗਾ, ਉਹਦੇ ਬਾਰੇ ਵੱਡੇ ਖੁਲਾਸੇ ਉਹਨਾਂ ਨੇ ਇਸ ਮਾਡਲ ਦੇ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਚਾਹੇ ਲੀਕਰ ਮਾਫੀਆ ਹੋਵੇ, ਚਾਹੇ ਰੇਤ ਮਾਫੀਆ ਹੋਵੇ, ਚਾਹੇ ਕੇਬਲ ਮਾਫੀਆ ਹੋਵੇ, ਜਾਂ ਇਦਾਂ ਦੇ ਜਿਹੜੇ ਮਾਫੀਆ ਨੇ ਉਹਨਾਂ ਨੂੰ ਤੁਸੀਂ ਕੰਟਰੋਲ ਕਰਕੇ ਇਹੀ ਪੈਸਾ ਤੁਹਾਡਾ ਖਜ਼ਾਨੇ ਦੇ ਵਿੱਚ ਜਾਏਗਾ ਔਰ ਇਸ ਪੈਸੇ ਦੇ ਨਾਲ ਤੁਸੀਂ ਰੁਜ਼ਗਾਰ ਦੇ ਸਕਦੇ ਹੋ, ਇਸ ਪੈਸੇ ਦੇ ਨਾਲ ਤੁਸੀਂ ਸਿਹਤ ਔਰ ਸਿੱਖਿਆ ਦੀਆਂ ਸਹੂਲਤਾਂ ਦੇ ਸਕਦੇ ਹੋ। ਯਾਨੀ ਕਿ ਇੱਕ ਮਾਡਲ, ਵਧੀਆ ਮਾਡਲ ਜਿਹੜਾ ਹੈਗਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਨਵੇਂ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਮੈਨੀਫੈਸਟੋ ਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਘੱਟ ਤੋਂ ਘੱਟ ਜਿਹੜੇ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਣ, ਪਰ ਉਹੀ ਵਾਅਦੇ ਕੀਤੇ ਜਾਣ ਜਿਹੜੇ ਪੂਰੇ ਹੋ ਸਕਦੇ ਨੇ। ਸੋ ਉਮੀਦ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਜੀ ਵਾਅਦੇ ਕਰਨਗੇ ਲੋਕਾਂ ਦੇ ਨਾਲ, ਚਾਹੇ ਘੱਟ ਵਾਅਦੇ ਕਰਨ ਚਾਹੇ ਵੱਧ ਵਾਅਦੇ ਕਰਨ, ਉਹ ਉਹੀ ਵਾਅਦੇ ਕਰਨਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਹੋ ਸਕਦੇ ਆ। ਪਹਿਲਾਂ ਵਾਂਗੂ ਲੋਕ ਜਿਹੜੇ ਨੇ ਉਹ ਇਹ ਨਾ ਸਮਝਣ ਕਿ ਅਸੀਂ ਠੱਗੇ ਗਏ ਆ, ਸਾਡੇ ਨਾਲ ਧੋਖਾ ਹੋਇਆ ਹੈ। ਇਸ ਕਿਸਮ ਦੀ ਜਿਹੜੀ ਹੈਗੀ ਆ ਵਾਅਦੇਬਾਜ਼ੀ ਜਿਹੜੀ ਹੈਗੀ ਹੈ, ਜਾਂ ਆਪਾਂ ਨੂੰ ਪਤਾ ਹੈ ਜੁਮਲੇਬਾਜ਼ੀ ਜਿਹੜੀ ਹੈਗੀ ਹੈ, ਉਹ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬੀਆਂ ਦੇ ਨਾਲ। ਸੋ ਉਸ ਨੂੰ ਉਹ ਧੋਣਾ ਚਾਹੁੰਦੇ ਨੇ, ਉਸ ਨੂੰ ਉਹ ਅੱਗੇ ਲੈ ਕੇ ਮਾਤਰਾ ਆਪਾਂ ਕਹਿ ਸਕਦੇ ਹਾਂ ਕਿ ਖਤਮ ਕਰਕੇ ਉਹਦੀ ਜਗ੍ਹਾ ਦੇ ਉੱਤੇ ਕੁਝ ਐਸੇ ਮੁੱਦੇ ਪੰਜਾਬੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਇੰਪੋਰਟੈਂਟ, ਬਹੁਤ ਮਹੱਤਵਪੂਰਨ ਹੋ ਸਕਦੇ ਨੇ। ਮਾਨ ਸਾਹਿਬ ਬਿਲਕੁਲ ਜੀ, ਬਿਲਕੁਲ। ਸੋ ਇਹ ਕਲੀਅਰ ਹੋ ਜਾਏਗਾ ਵੀ ਲੋਕ ਵਿਸ਼ਵਾਸ ਕਰਨਗੇ ਜਾਂ ਨਹੀਂ, ਕਿਉਂਕਿ 2017 ਦੇ ਮੈਨੀਫੈਸਟੋ ਦੇ ਵਿੱਚ ਬਹੁਤ ਜ਼ਿਆਦਾ ਵਾਅਦੇ ਕੀਤੇ ਗਏ ਸੀ ਜਿਨ੍ਹਾਂ ਦੀ ਪੂਰਤੀ ਕਾਂਗਰਸ ਦੇ ਵੱਲੋਂ ਨਹੀਂ ਕੀਤੀ ਗਈ, ਜਿਸ ਦਾ ਖਮਿਆਜਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੁਰਸੀ ਗਵਾ ਕੇ ਚੁਕਾਉਣਾ ਪਿਆ ਸੀ। ਸੋ ਅਗਲੀ ਖਬਰ ਵੱਲ ਚੱਲੀਏ, ਗੱਲ ਕਰਾਂਗੇ ਹੁਣ ਪੀਐਮ ਸੁਰੱਖਿਆ ਦੀ, ਜਿਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਹੋ ਚੁੱਕਿਆ ਹੈ ਤੇ ਇਹ ਵਿਵਾਦ ਵੱਧਦਾ ਹੀ ਜਾ ਰਿਹਾ। ਹੁਣ ਇਹਦਾ ਸੇਕ ਸੀਐਮ ਚੰਨੀ ਤੱਕ ਪੂਰੀ ਤਰੀਕੇ ਨਾਲ ਪਹੁੰਚ ਚੁੱਕਿਆ। ਇੱਕ ਵੱਡੇ ਵਿਵਾਦ ਦੇ ਵਿੱਚ ਘਿਰ ਚੁੱਕੇ ਨੇ ਸੀਐਮ ਚੰਨੀ। ਸੋ ਵੱਡੇ ਪਲਟਵਾਰ ਕੀਤੇ ਗਏ ਨੇ ਬੀਜੇਪੀ ਦੇ ਵੱਲੋਂ, ਕਿਉਂਕਿ ਇਸ ਦੀ ਪੂਰੀ ਬਰੀਫਿੰਗ, ਇਸ ਦੀ ਪੂਰੀ ਜਾਣਕਾਰੀ ਸੀਐਮ ਚੰਨੀ ਦੇ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਦਿੱਤੀ ਗਈ ਸੀ। ਸੋ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਪ੍ਰਿਯੰਕਾ ਗਾਂਧੀ ਕਿਸੇ ਵੀ ਵੱਡੇ ਸੰਵਿਧਾਨਿਕ ਅਹੁਦੇ ਉੱਪਰ ਨਹੀਂ। ਫਿਰ ਇਸ ਪੂਰੀ ਜਾਣਕਾਰੀ ਦੇਣ ਦਾ ਕੀ ਕਾਰਨ ਸੀ ਵੀ ਸੀਐਮ ਚੰਨੀ ਨੂੰ ਸਫਾਈ ਦੇਣੀ ਪਈ ਹੈ ਪ੍ਰਿਯੰਕਾ ਗਾਂਧੀ ਨੂੰ ਇਸ ਮਾਮਲੇ ਨੂੰ ਲੈ ਕੇ? ਕਿਵੇਂ ਦੇਖ ਰਹੇ ਹੋ ਬੀਜੇਪੀ ਦੇ ਇਹਨਾਂ ਇਲਜ਼ਾਮਾਂ ਨੂੰ? ਜੀ ਮਾਨ ਸਾਹਿਬ, ਦੇਖੋ ਜਿੱਥੋਂ ਤੱਕ ਚੰਨੀ ਸਾਹਿਬ ਦਾ ਸਬੰਧ ਹੈ ਔਰ ਇਸ ਮਸਲੇ ਦਾ ਸਬੰਧ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ ਉੱਤੇ ਸਿਰਫ ਤੇ ਸਿਰਫ ਰਾਜਨੀਤੀ ਹੋਈ ਹੈ। ਚਾਹੇ ਕਾਂਗਰਸ ਪਾਰਟੀ ਵੀ ਰਾਜਨੀਤੀ ਕਰਦੀ ਨਜ਼ਰ ਆਈ ਹੈ, ਇਸੇ ਤਰ੍ਹਾਂ ਮੋਦੀ ਸਾਹਿਬ ਵੀ ਰਾਜਨੀਤੀ ਕਰਦੇ ਆ ਰਹੇ ਨੇ ਔਰ ਬੀਜੇਪੀ ਵੀ ਰਾਜਨੀਤੀ ਕਰਦੀ ਆ ਰਹੀ ਹੈ। ਸੋ ਇਹਦੇ ਵਿੱਚੋਂ ਨਿਕਲਣਾ ਜਿਹੜਾ ਹੈਗਾ ਕੁਝ ਨਹੀਂ ਹੈ। ਔਰ ਜਿਵੇਂ ਚੰਨੀ ਸਾਹਿਬ ਬਾਰੇ ਤੁਸੀਂ ਗੱਲ ਕੀਤੀ ਹੈ, ਚੰਨੀ ਸਾਹਿਬ ਨੇ ਤਾਂ ਉਸੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ, ਯਾਨੀ ਕਿ ਪ੍ਰੈਸ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਕੋਈ ਵੀ ਢਿੱਲ ਜਿਹੜੀ ਹੈਗੀ ਹੈ ਸਿਕਿਉਰਿਟੀ ਵਿੱਚ ਨਹੀਂ ਵਰਤੀ। ਔਰ ਉਹਨਾਂ ਨੇ ਬਾਰ-ਬਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੀਜੇਪੀ ਜਾਂ ਮੋਦੀ ਸਾਹਿਬ, ਕਿਉਂਕਿ ਉੱਥੇ ਕੁਰਸੀਆਂ ਉਹਨਾਂ ਦੀਆਂ ਭਰੀਆਂ ਨਹੀਂ ਹੈਗੀਆਂ, ਲੋਕਾਂ ਦਾ ਇਕੱਠ ਨਹੀਂ ਹੋਇਆ ਔਰ 1 ਲੱਖ ਦੇ ਕਰੀਬ ਉਹਨਾਂ ਨੇ ਕੁਰਸੀਆਂ ਲਾਈਆਂ। ਪਰ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਲੋਕ ਨੇ ਉਹ ਚਾਹੇ ਮੀਂਹ ਕਰਕੇ ਲਾ ਲਓ ਜਾਂ ਬੀਜੇਪੀ ਦੀ ਜਿਹੜੀ ਨਾਪਸੰਦਗੀ ਕਰਕੇ ਲਾ ਲਓ, ਇਹ ਲੋਕ ਜਿਹੜੇ ਅਸੀਂ ਬੀਜੇਪੀ ਨੂੰ ਪਸੰਦ ਨਹੀਂ ਸੀ ਕਰਦੇ ਪੰਜਾਬ ਦੇ, ਇਸ ਕਰਕੇ ਉੱਥੇ ਜਿਹੜੀ ਹੈਗੀ ਕੁਰਸੀਆਂ ਨਹੀਂ ਭਰੀਆਂ ਗਈਆਂ ਔਰ ਉਹਦਾ ਖਮਿਆਜਾ ਜਿਹੜਾ ਹੈਗਾ ਆਮ ਲੋਕਾਂ ਦੇ ਉੱਤੇ ਜਿਹੜਾ ਹੈਗਾ ਥੋਪਿਆ ਗਿਆ। ਔਰ ਲੋਕਾਂ ਨੂੰ ਇਹ ਕਿਹਾ ਗਿਆ, ਪੰਜਾਬੀਆਂ ਨੂੰ ਜਾਂ ਖਾਸ ਤੌਰ ਤੇ ਕਿਸਾਨਾਂ ਨੂੰ ਜਾਂ ਸਿੱਖਾਂ ਨੂੰ, ਕਿ ਇਹਨਾਂ ਕਰਕੇ ਮੋਦੀ ਸਾਹਿਬ ਨੂੰ ਵਾਪਸ ਮੁੜਨਾ ਪਿਆ। ਸੋ ਇਸ ਕਰਕੇ ਇਹ ਸਾਰੀ ਤੇ ਸਾਰੀ ਬਹਾਨੇਬਾਜ਼ੀ ਹੈ, ਇਹ ਸਾਰੀ ਤੇ ਸਾਰੀ ਪੋਲਿਟਿਕਸ ਹੋ ਰਹੀ ਹੈ। ਇੱਕ ਪਾਰਟੀ ਦੂਜੀ ਪਾਰਟੀ ਨੂੰ ਜਿਹੜਾ ਹੈਗਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹਦੇ ਵਿੱਚ ਸੱਚਾਈ ਕੁਝ ਹੋਰ ਨਜ਼ਰ ਆਉਂਦੀ ਹੈ। ਸੋ ਇਸ ਕਰਕੇ ਜੇਕਰ ਚੰਨੀ ਸਾਹਿਬ ਪ੍ਰਿਯੰਕਾ ਜੀ ਨੂੰ ਕੋਈ ਗੱਲ ਦੱਸਦੇ ਨੇ ਤਾਂ ਉਹੀ ਗੱਲ ਦੱਸੀ ਹੋਏਗੀ ਜਿਹੜੀ ਉਹਨਾਂ ਨੇ ਸਾਰੇ ਲੋਕਾਂ ਨੂੰ ਦੱਸੀ ਹੈ, ਯਾਨੀ ਕਿ ਮੀਡੀਆ ਨੂੰ ਦੱਸੀ ਹੈ। ਸੋ ਇਹਦੇ ਵਿੱਚ ਕੋਈ ਵੱਖਰੀ ਗੱਲ ਤਾਂ ਹੋ ਨਹੀਂ ਸਕਦੀ। ਬਿਨਾਂ ਗੱਲ ਤੋਂ ਯਾਨੀ ਕਿ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ। ਕੋਈ ਇਹਦੇ ਵਿੱਚ ਕੋਈ ਤਰਕ ਨਹੀਂ ਹੈ, ਕੋਈ ਲੌਜਿਕ ਨਹੀਂ ਹੈ ਉਹਨਾਂ ਦੇ ਕੋਲੇ। ਪੰਜਾਬ ਦੇ ਮੁੱਦਿਆਂ ਨੂੰ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕ ਇਸ ਵੇਲੇ ਕੀ ਚਾਹੁੰਦੇ ਨੇ, ਪੰਜਾਬ ਦੀਆਂ ਸਮੱਸਿਆਵਾਂ ਕੀ ਨੇ, ਉਹਨਾਂ ਦੇ ਬਾਰੇ ਗੱਲ ਕਰਨ ਦੀ ਬਜਾਏ ਇਦਾਂ ਦੀ ਫਜ਼ੂਲ ਦੀ ਜਿਹੜੀ ਰਾਜਨੀਤੀ ਹੈ
ਉਹਦੇ ਵਿੱਚ ਲੋਕਾਂ ਦਾ ਧਿਆਨ ਭੜਕਾ ਕੇ ਆਪਣਾ ਵੋਟ ਬੈਂਕ ਜਿਹੜਾ ਹੈਗਾ ਪੱਕਿਆ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਦੋਨੇ ਪਾਰਟੀਆਂ। ਸੋ ਇਸ ਕਰਕੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਇਦਾਂ ਦੀ ਰਾਜਨੀਤੀ ਨੂੰ ਜਿਹੜਾ ਹੈਗਾ ਬਹੁਤੀ ਤਵੱਜੋ ਨਹੀਂ ਦੇਣੀ ਚਾਹੀਦੀ। ਮਾਨ ਸਾਹਿਬ ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ ਕਲੀਅਰ ਤੁਸੀਂ ਕੀਤਾਗਾ। ਬੀਜੇਪੀ ਦੇ ਕੋਲੇ ਪੰਜਾਬ ਦੇ ਮੁੱਦੇ ਨਹੀਂ, ਕਿਉਂਕਿ ਪੰਜਾਬ ਦੇ ਜੇ ਮੁੱਦਿਆਂ ਦੀ ਗੱਲ ਕਰਦੇ ਨੇ ਤਾਂ ਉਹ ਆਪਣੇ ਹੀ ਸਿਧਾਂਤਾਂ ਤੋਂ ਭਟਕਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਨੇ ਪੰਜਾਬ ਦੇ ਕਦੇ ਮੁੱਦਿਆਂ 'ਤੇ ਗੱਲ ਹੀ ਨਹੀਂ ਕੀਤੀ। ਉਹ ਸਿਰਫ ਧਰਮ ਨੂੰ ਲੈ ਕੇ ਜਾਂ ਫਿਰ ਫਾਲਤੂ ਚੀਜ਼ਾਂ ਨੂੰ ਲੈ ਕੇ ਆਪਣੀ ਸਿਆਸਤ ਨੂੰ ਗਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ PM ਸੁਰੱਖਿਆ ਵੀ ਇੱਕ ਅਹਿਮ ਕੜੀ ਬਣਦੀ ਜਾ ਰਹੀ ਹੈ। ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇਹ ਸੀ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਡਾਕਟਰ ਸਾਹਿਬ ਦੁਆਰਾ ਕੀਤੀ ਹੋਈ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਲੈ ਕੇ ਹੋਵਾਂਗੇ ਤੁਹਾਡੇ ਰੂਬਰੂ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।